ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵੇਖਣ ਦੇ ਲਈ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਦਰਸ਼ਕਾਂ ਨੂੰ TWR ਪਰਿਵਾਰ ਦੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ। ਤੁਹਾਡਾ ਸਭਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਰੀਅਮ ਮਗਦਲੀਨੀ ਦੇ ਬਾਰੇ ਜਾਣਿਆ। ਉਮੀਦ ਕਰਦੇ ਹਾਂ ਕਿ ਮਰੀਅਮ ਮਗਦਲੀਨੀ ਦੇ ਜੀਵਨ ਦੀ ਕਹਾਣੀ ਤੋਂ ਤੁਹਾਨੂੰ ਬੜੀ ਆਸ਼ੀਸ਼ ਮਿਲੀ ਹੋਏਗੀ। ਅੱਜ ਅਸੀਂ ਬਾਈਬਲ ਬਾਣੀ ਦੇ ਵਿੱਚ ਜਿਸ ਵਿਅਕਤੀ ਦੇ ਬਾਰੇ ਜਾਣਾਂਗੇ ਉਹ ਹੈ ਤਰਤੂਸ ਦੇ ਸੌਲੂਸ ਬਾਰੇ। ਇਸ ਦਾ ਜ਼ਿਕਰ ਸਾਨੂੰ ਰਸੂਲਾਂ ਦੇ ਕਰਤੱਵ ਦੀ ਪੁਸਤਕ ਦੇ 9 ਅਧਿਆਏ ਦੀ 1 ਆਇਤ ਤੋਂ ਲੈ ਕੇ 19 ਆਇਤ ਤੱਕ ਦੇ ਵਚਨਾਂ ਵਿੱਚੋਂ ਮਿਲਦਾ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਸੌਲੂਸ ਦੇ ਹਾਲਾਤ। ਨੰਬਰ 2, ਸੌਲੂਸ ਦੀ ਮਸੀਹੀ ਜਿਹਾਦ। ਇਸ ਦੇ ਵਿੱਚ ਜਿਹੜੀਆਂ ਗੱਲਾਂ ਦੇ ਉੱਤੇ ਅਸੀਂ ਗੌਰ ਕਰਾਂਗੇ ਉਹ ਹਨ: ਉਸ ਦਾ ਸਤਾਓ ਅਟੁੱਟ ਸੀ, ਉਹ ਸਤਾਓ ਜ਼ੋਰਦਾਰ ਸੀ, ਉਸ ਦਾ ਸਤਾਓ ਜਾਣ ਬੁੱਝ ਕੇ ਸੀ, ਉਸ ਦਾ ਸਤਾਓ ਧੱਕੇਖੋਰਾ ਸੀ, ਉਸ ਦਾ ਸਤਾਓ ਅਣਜਾਣਪੁਣੇ ਵਿੱਚ ਸੀ। ਨੰਬਰ 3, ਸੌਲੂਸ ਦਾ ਬਦਲਣਾ। ਇਸ ਦੇ ਵਿੱਚ ਅਸੀਂ ਵੇਖਾਂਗੇ ਚਮਕ, ਸਵਾਲ ਜਵਾਬ, ਪ੍ਰਕਾਸ਼, ਮੁਕਤੀ, ਰੂਪਾਂਤਰਨ। ਸੋ ਦੋਸਤੋ, ਆਓ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਚੱਲੀਏ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹਾਂ। ਆਓ ਇਸ ਭਜਨ ਨੂੰ ਸੁਣਦੇ ਹਾਂ। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तैथों बख्शिश लेके ही जाना, तैथों बख्शिश लेके ही जाना, ते खाली हाथ नहीं जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तेरे नाम उत्ते लाई असी सारी जिंदगानी, तेरे नाम उत्ते लाई असी सारी जिंदगानी। आप हथी अज लिख यह अमर कहानी। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਤਰਸੁਸ ਦਾ ਸੌਲੂਸ। ਰਸੂਲਾਂ ਦੇ ਕੰਮ 9 ਅਧਿਆਏ 1 ਵਚਨ ਤੋਂ ਲੈ ਕੇ 19 ਵਚਨ ਤੱਕ। ਨੰਬਰ 1, ਸੌਲੂਸ ਦੇ ਹਾਲਾਤ। ਨੰਬਰ 2, ਸੌਲੂਸ ਦਾ ਮਸੀਹੀ ਜਹਾਦ। ਭਾਗ ਊੜਾ, ਉਸ ਦਾ ਸਤੌ ਅਟੁੱਟ ਸੀ। ਭਾਗ ਐੜਾ, ਉਸ ਦਾ ਸਤੌ ਜ਼ੋਰਦਾਰ ਸੀ। ਭਾਗ ਈੜੀ, ਉਸ ਦਾ ਸਤੌ ਜਾਣ ਬੁੱਝ ਕੇ ਸੀ। ਭਾਗ ਸੱਸਾ, ਉਸ ਦਾ ਸਤੌ ਧੱਕੇਖੋਰਾ ਸੀ। ਭਾਗ ਹਾਹਾ, ਉਸ ਦਾ ਸਤੌ ਅਣਜਾਣਪੁਣੇ ਵਿੱਚ ਸੀ। ਨੰਬਰ 3, ਸੌਲੂਸ ਦਾ ਬਦਲਣਾ। ਭਾਗ ਊੜਾ ਚਮਕ, ਭਾਗ ਐੜਾ ਸਵਾਲ ਜਵਾਬ, ਭਾਗ ਈੜੀ ਪ੍ਰਕਾਸ਼,
ਭਾਗ ਸੱਸਾ ਮੁਕਤੀ, ਭਾਗ ਹਾਹਾ ਰੂਪਤੰਤਰ। ਮੈਂ ਚਾਹੁੰਦਾ ਹਾਂ ਤੁਸੀਂ ਆਪਣੀਆਂ ਬਾਈਬਲਾਂ ਲਓ ਅਤੇ ਮੇਰੇ ਨਾਲ ਰਸੂਲਾਂ ਦੇ ਕੰਮ ਉਸ ਦਾ 9ਵਾਂ ਅਧਿਆਇ ਕੱਢੋ, ਜਦ ਕਿ ਅਸੀਂ ਉਹਨਾਂ ਲੋਕਾਂ ਤੇ ਆਪਣੇ ਅਧਿਐਨ ਜਾਰੀ ਰੱਖਾਂਗੇ ਜਿਨ੍ਹਾਂ ਦੀ ਮੁਲਾਕਾਤ ਯਿਸੂ ਨਾਲ ਹੋਈ। ਰਸੂਲਾਂ ਦੇ ਕੰਮ 9 ਅਧਿਆਇ। ਅਤੇ ਅੱਜ ਅਸੀਂ ਤਰਸੁਸ ਦੇ ਸੋਲਸ ਅਤੇ ਉਸ ਦੀ ਜ਼ਿੰਦਗੀ ਵਿੱਚ ਜੋ ਹੋਇਆ ਉਸ ਬਾਰੇ ਸਿੱਖਣ ਜਾ ਰਹੇ ਹਾਂ। ਪਾਲੂਸ ਰਸੂਲ ਦੀ ਜ਼ਿੰਦਗੀ ਦੇ ਬਦਲਣ ਦੇ ਸਭ ਤੋਂ ਵਿਸਤਾਰ ਅਧਿਐਨ ਵਿੱਚੋਂ ਇੱਕ ਦੇ ਅਧਿਐਨ ਦੀ ਜ਼ਿੰਮੇਵਾਰੀ ਬ੍ਰਿਟਿਸ਼ ਕੈਬਨਿਟ ਦੇ ਲਾਰਡ ਲੈਟਲੀਟੌਨ ਨਾਂ ਦੇ ਇੱਕ ਮੈਂਬਰ ਨੇ ਲਈ। ਉਹ ਸਿਹਤ ਦਾ ਗਿਆਨ ਰੱਖਣ ਵਾਲਾ ਬੰਦਾ ਤੇ ਬਹੁਤ ਹੀ ਨਾਮੀ ਰਾਜਨੇਤਾ ਸੀ। ਉਸ ਦੇ ਆਪਣੇ ਸ਼ਬਦਾਂ ਵਿੱਚ ਉਸ ਨੂੰ ਅਤੇ ਉਸ ਦੇ ਇੱਕ ਦੋਸਤ ਗਿਲਬਰਟ ਵੈਸਟ ਨੂੰ ਪੂਰਾ ਯਕੀਨ ਸੀ ਕਿ ਬਾਈਬਲ ਇੱਕ ਫਰੇਬ ਜਾਂ ਧੋਖਾ ਹੈ, ਅਤੇ ਜਦੋਂ ਉਹਨਾਂ ਇਸ ਦਾ ਮੁਆਇਨਾ ਕੀਤਾ ਉਹਨਾਂ ਨੇ ਇਸ ਨੂੰ ਉਜਾਗਰ ਕਰਨ ਦੀ ਠਾਣ ਲਈ। ਗਿਲਬਰਟ ਵੈਸਟ ਨੇ ਯਿਸੂ ਦੇ ਜੀ ਉੱਠਣ ਖਿਲਾਫ ਇਸ ਖੋਜ ਨੂੰ ਪੂਰਾ ਕਰਨਾ ਸ਼ੁਰੂ ਕੀਤਾ। ਉਸ ਦਾ ਮਕਸਦ ਸੀ ਜੀ ਉੱਠਣ ਦੇ ਸਾਰੇ ਸਬੂਤਾਂ ਨੂੰ ਜਾਂਚਣਾ ਅਤੇ ਉਹਨਾਂ ਨੂੰ ਵਿਗਿਆਨਿਕ ਤੌਰ ਤੇ ਅਤੇ ਇਤਿਹਾਸਿਕ ਤੌਰ ਤੇ ਇਹ ਸਾਬਿਤ ਕਰਨਾ ਕਿ ਇਹੋ ਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ। ਲਾਰਡ ਲਿਟਲੀਟੌਨ ਨੇ ਤਰਸਸ ਦੇ ਸੋਲਿਸ ਦਾ ਵਿਸ਼ਾ ਲਿਆ ਅਤੇ ਉਸ ਨੇ ਠਾਣ ਲਿਆ ਕਿ ਜੇ ਉਹ ਸਾਰੇ ਦੁਨਿਆਵੀ ਸਬੂਤਾਂ ਅਤੇ ਬਾਈਬਲ ਵਿੱਚੋਂ ਸਾਰੇ ਹਵਾਲਿਆਂ ਦਾ ਅਧਿਐਨ ਕਰੇਗਾ ਤੇ ਉਹ ਸਾਬਿਤ ਕਰ ਸਕਦਾ ਹੈ ਕਿ ਇਹ ਘਟਨਾ ਕਦੇ ਨਹੀਂ ਘਟੀ। ਅਤੇ ਦੋਵਾਂ ਨੇ ਆਪਣੀ ਆਪਣੀ ਖੋਜ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹਨਾਂ ਦੇ ਅਧਿਐਨ ਦਾ ਨਤੀਜਾ ਕਾਫੀ ਹੈਰਾਨ ਕਰਨ ਵਾਲਾ ਸੀ। ਅਤੇ ਨਤੀਜਾ ਇਹ ਹੋਇਆ ਕਿ ਦੋਵੇਂ ਉਹਨਾਂ ਕੋਸ਼ਿਸ਼ਾਂ ਦੁਆਰਾ ਜਿਨ੍ਹਾਂ ਨਾਲ ਉਹ ਮਸੀਹਤ ਦਾ ਖਾਤਮਾ ਕਰਨਾ ਚਾਹੁੰਦੇ ਸਨ, ਮਸੀਹ ਵਿੱਚ ਵਿਸ਼ਵਾਸ ਕਰਨ ਲੱਗੇ ਅਤੇ ਬਦਲ ਗਏ। ਜਦੋਂ ਉਹ ਆਪਣੇ ਨਤੀਜਿਆਂ ਦੀ ਚਰਚਾ ਕਰਨ ਲਈ ਇਕੱਠੇ ਹੋਏ, ਉਹਨਾਂ ਨੇ ਆਪਣੀ ਆਪਣੀ ਖੋਜ ਨੂੰ ਸਾਂਝਾ ਕੀਤਾ ਕਿ ਸੱਚਮੁੱਚ ਬਾਈਬਲ ਪਰਮੇਸ਼ਰ ਦਾ ਵਚਨ ਹੈ ਅਤੇ ਮਸੀਹ ਸੱਚਮੁੱਚ ਉਹੀ ਹੈ ਜੋ ਉਸ ਨੇ ਹੋਣ ਦਾ ਦਾਅਵਾ ਕੀਤਾ ਹੈ। ਅਸਲ ਵਿੱਚ ਲਾਰਡ ਲਿਟਲੀਟੌਨ ਨੇ ਆਪਣੇ ਅਧਿਐਨ ਦੇ ਛਾਪੇ ਜਵਾਬ ਵਿੱਚ ਆਪਣੀ ਰਿਪੋਰਟ ਦੇ ਪਹਿਲੇ ਪਹਿਰੇ ਵਿੱਚ ਇਹ ਸ਼ਬਦ ਲਿਖੇ ਅਤੇ ਕਿਹਾ, ਇਕੱਲਾ ਪਲੂਸ ਦਾ ਬਦਲਣਾ ਅਤੇ ਉਸ ਦਾ ਰਸੂਲ ਪੁਣਾ, ਜੇ ਇਸ ਤੇ ਸਹੀ ਨਜ਼ਰ ਮਾਰੀਏ ਤਾਂ ਆਪਣੇ ਆਪ ਵਿੱਚ ਇਸ ਗੱਲ ਨੂੰ ਸਾਬਤ ਕਰਨ ਲਈ ਕਾਫੀ ਹੈ ਕਿ ਮਸੀਹਤ ਇੱਕ ਇਲਾਹੀ ਪ੍ਰਕਾਸ਼ ਹੈ। ਇਸ ਲਈ ਜਿਹੜਾ ਰਿਕਾਰਡ ਅੱਜ ਅਸੀਂ ਕੱਢਿਆ ਹੈ ਉਸ ਦਾ ਬਹੁਤ ਵੱਡਾ ਮਹੱਤਵ ਹੈ। ਪਰਮੇਸ਼ਰ ਨੇ ਸੋਚਿਆ ਕਿ ਇਹ ਯੋਗ ਹੈ ਜੋ ਉਹ ਸਾਡਾ ਧਿਆਨ ਪਲੂਸ ਰਸੂਲ ਦੇ ਬਦਲਣ ਦੇ 3 ਸੰਪੂਰਨ ਸੰਸਕਰਨਾਂ ਵੱਲ ਲੈ ਖਿਚਾਏ। ਅਸੀਂ ਇੱਥੇ ਰਸੂਲਾਂ ਦੇ ਕੰਮ ਉਸ ਦੇ 9 ਅਧਿਆਇ ਵਿੱਚ ਲੂਕਾ ਦਾ ਲੇਖਾ ਜੋਖਾ ਖੋਲ੍ਹਿਆ ਹੈ, ਪਰ ਪਲੂਸ ਰਸੂਲਾਂ ਦੇ ਕੰਮ ਉਸ ਦੇ 22 ਅਧਿਆਇ ਵਿੱਚ ਸਾਨੂੰ ਆਪਣਾ ਪਹਿਲਾ ਲੇਖਾ ਜੋਖਾ ਦਿੰਦਾ ਹੈ। ਰਸੂਲਾਂ ਦੇ ਕੰਮ 26 ਅਧਿਆਇ ਵਿੱਚ ਫਿਰ, ਅਤੇ ਜੇ ਤੁਸੀਂ ਸਾਰੇ ਸਬੂਤਾਂ ਨੂੰ ਇਕੱਠਾ ਕਰੋ 3 ਲੇਖੇ ਜੋਖੇ ਮਿਲਾ ਕੇ, ਤਾਂ ਤੁਹਾਡੇ ਕੋਲ ਪਲੂਸ ਰਸੂਲ ਬਾਰੇ ਅਨੋਖਾ ਸਬੂਤ ਹੋਣਗੇ। ਅਤੇ ਉਸ ਖਾਸ ਕਹਾਣੀ ਨੂੰ ਨਵੇਂ ਨੇਮ ਵਿੱਚ ਪ੍ਰਭੂ ਯਿਸੂ ਦੇ ਸਲੀਬ ਚੜਾਏ ਜਾਣ ਤੋਂ ਇਲਾਵਾ ਹੋਰ ਕਿਸੇ ਕਹਾਣੀ ਨੂੰ ਇੰਨੀ ਥਾਂ ਨਹੀਂ ਦਿੱਤੀ ਗਈ। ਇਹ ਸਪਸ਼ਟ ਹੈ ਕਿ ਪਵਿੱਤਰ ਆਤਮਾ ਚਾਹੁੰਦਾ ਹੈ ਕਿ ਜਦੋਂ ਪੌਲੁਸ ਦਮਸ਼ਕ ਦੇ ਮਾਰਗ ਤੇ ਪ੍ਰਭੂ ਨੂੰ ਮਿਲਿਆ ਤਾਂ ਜੋ ਕੁਝ ਵੀ ਹੋਇਆ ਸੀ ਅਸੀਂ ਉਸ ਨੂੰ ਚੰਗੀ ਤਰ੍ਹਾਂ ਸਮਝੀਏ। ਨੰਬਰ 1, ਸੌਲਸ ਦੇ ਹਾਲਾਤ। ਇਸ ਤਰ੍ਹਾਂ ਕਰਨ ਲਈ ਸਾਨੂੰ ਮੁੜ ਕੇ ਪਿੱਛੇ ਜਾਣਾ ਅਤੇ ਪੌਲੁਸ ਦੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਜਾਂਚਣਾ ਪਵੇਗਾ। ਉਹ ਜੋ ਬਣਿਆ ਉਸ ਦੇ ਚਮਤਕਾਰੀ ਸੁਭਾਅ ਨੂੰ ਸਮਝਣ ਲਈ ਤੁਹਾਡੇ ਲਈ ਇਹ ਸਮਝਣਾ ਜ਼ਰੂਰੀ ਕਿ ਉਹ ਪਹਿਲਾਂ ਕੀ ਸੀ। ਉਹ ਕੋਈ ਅਪਰਾਧੀ ਨਹੀਂ ਸੀ ਜਾਂ ਉਹ ਕੋਈ ਮਾੜੇ ਸੁਭਾਅ ਦਾ ਨਹੀਂ ਸੀ। ਅਸਲ ਵਿੱਚ ਉਸ ਦੇ ਸ਼ੁਰੂਆਤੀ ਜੀਵਨ ਦੇ ਹਾਲਾਤ ਇੰਨੇ ਜ਼ਿਆਦਾ ਹੈਰਾਨ ਕਰਨ ਵਾਲੇ ਨਹੀਂ। ਫਿਲਪੀਆਂ ਦੀ ਪੱਤਰੀ ਉਸ ਦੇ 3 ਅਧਿਆਇ ਵਿੱਚ ਸਾਡੇ ਕੋਲ ਇੱਕ ਨਿੱਕਾ ਜਿਹਾ ਪੈਰਾ ਹੈ ਜੋ ਸਾਨੂੰ ਉਸ ਬਾਰੇ ਅਤੇ ਕਿਵੇਂ ਉਹ ਵੱਡਾ ਹੋਇਆ ਉਸ ਬਾਰੇ ਦੱਸਦਾ ਹੈ। ਉਸ ਵਿੱਚ ਅਸੀਂ ਇੰਜ ਪੜ੍ਹਦੇ ਹਾਂ, ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ, ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਕਰ ਸਕਦਾ ਹੈ ਤਾਂ ਮੈਂ ਵਧੇਰੇ ਕਰ ਸਕਦਾ ਹਾਂ। ਜਨਮ ਤੋਂ 8ਵੇਂ ਦਿਨ ਦਾ ਸੁੰਨਤ ਕੀਤਾ ਹੋਇਆ, ਮੈਂ ਇਸਰਾਏਲ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ। ਸ਼ਰ੍ਹਾ ਦੀ ਪੁੱਛੋ ਤਾਂ ਫਰੀਸੀ, ਅਣਖ ਦੀ ਪੁੱਛੋ ਤਾਂ ਕਲੀਸਿਆ ਦਾ ਸਤਾਉਣ ਵਾਲਾ, ਸ਼ਰ੍ਹਾ ਵਾਲੇ ਧਰਮ ਦੀ ਪੁੱਛੋ ਤੇ ਨਿਰਦੋਸ਼। ਇਹ ਸਨ ਪੌਲੁਸ ਦੇ ਆਪਣੇ ਸ਼ਬਦ ਉਸ ਦੇ ਸ਼ੁਰੂਆਤੀ ਜੀਵਨ ਬਾਰੇ। ਆਓ ਅਸੀਂ ਉਹਨਾਂ ਨੂੰ ਇੱਕ ਪਲ ਲਈ ਵੱਖ-ਵੱਖ ਕਰਕੇ ਉਹਨਾਂ 7 ਗੱਲਾਂ ਤੇ ਧਿਆਨ ਦਈਏ ਜੋ ਉਸ ਨੇ ਆਪ ਬਾਰੇ ਕਹੀਆਂ। ਨੰਬਰ 1, ਸਭ ਤੋਂ ਪਹਿਲਾਂ ਉਸ ਨੇ ਆਪਣੇ ਵੰਸ਼ ਦੀ ਸਿੱਧਤਾ ਨੂੰ ਪ੍ਰਦਰਸ਼ਿਤ ਕੀਤਾ ਅਤੇ ਉਸ ਦੇ ਵੰਸ਼ ਸਹੀ ਸਨ ਅਤੇ ਉਹ ਇੱਕ ਯਹੂਦੀ ਦੀ ਤਰ੍ਹਾਂ ਹੀ ਸਹੀ ਵਾਤਾਵਰਣ ਵਿੱਚ ਵੱਡਾ ਹੋਇਆ ਸੀ। ਉਹ ਕਹਿੰਦਾ ਹੈ ਕਿ ਉਹ 8ਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਸੀ, ਜਿਵੇਂ ਕਿ ਹਰ ਯਹੂਦੀ ਪੁਰਸ਼ ਨੂੰ ਕੀਤਾ ਜਾਂਦਾ ਸੀ। ਨੰਬਰ 2, ਉਹ ਕਹਿੰਦਾ ਹੈ ਕਿ ਇਸਰਾਏਲ ਦੇ ਵੰਸ਼ ਦਾ ਸੀ। ਉਹ ਯਹੂਦੀ ਧਰਮ ਵਿੱਚ ਨਹੀਂ ਬਦਲਿਆ ਸੀ, ਉਹ ਜਨਮ ਤੋਂ ਪੂਰਾ ਸੱਚਾ ਯਹੂਦੀ ਸੀ। ਨੰਬਰ 3, ਉਹ ਬਿਨਯਾਮੀਨ ਦੇ ਗੋਤ ਵਿੱਚੋਂ ਸੀ
ਅਤੇ ਇਤਿਹਾਸ ਦੇ ਵਿਦਿਆਰਥੀ ਜਾਣਦੇ ਹਨ ਕਿ ਬਿਨਿਆਮੀਨ ਇਜ਼ਰਾਈਲ ਦਾ ਕੁਲੀਨ ਵਰਗ ਸੀ। ਉਹ ਇਜ਼ਰਾਈਲ ਦੇ ਪਰਿਵਾਰ ਦੇ ਕੁਲੀਨ ਵਰਗ ਵਿੱਚੋਂ ਆਇਆ ਸੀ। ਨੰਬਰ 4, ਉਹ ਇਬਰਾਨੀਆਂ ਦਾ ਇਬਰਾਨੀ ਸੀ। ਇਸ ਤੋਂ ਉਸ ਦਾ ਮਤਲਬ ਸੀ ਕਿ ਉਹ ਇੱਕ ਇਬਰਾਨੀ ਮੁੰਡਾ ਹੈ। ਉਸ ਦਾ ਜਨਮ ਇਬਰਾਨੀ ਮਾਂ-ਬਾਪ ਤੋਂ ਹੋਇਆ ਸੀ, ਜਿਹੜੇ ਇਬਰਾਨੀ ਭਾਸ਼ਾ ਬੋਲਦੇ ਸਨ। ਇਬਰਾਨੀ ਰੀਤੀ ਰਿਵਾਜਾਂ ਨਾਲ ਜ਼ਿੰਦਗੀ ਗੁਜ਼ਾਰਦੇ ਸਨ ਅਤੇ ਉਹ ਮਸ਼ਹੂਰ ਇਬਰਾਨੀ ਰੱਬੀ ਗੈਮੇਲ ਅਧੀਨ ਇਬਰਾਨੀ ਰਸਮਾਂ ਵਿੱਚ ਸਿੱਖਿਆ ਪ੍ਰਾਪਤ ਸੀ। ਉਹ ਸੱਚਮੁੱਚ ਇੱਕ ਯਹੂਦੀ ਸੀ। ਉਹ ਮੁਕੰਮਲ ਤੌਰ ਤੇ ਯਹੂਦੀ ਸੀ, ਪਰ ਉਹ ਆਪਣੇ ਕੱਟੜਪੁਣੇ ਵਿੱਚ ਵੀ ਘਮੰਡ ਕਰ ਸਕਦਾ ਸੀ। ਉਸ ਦਾ ਨਾਂ ਸਿਰਫ ਸਹੀ ਵੰਸ਼ ਸੀ, ਪਰ ਉਹ ਇੱਕ ਕੱਟੜ ਯਹੂਦੀ ਵੀ ਸੀ। ਨੰਬਰ 5, ਉਹ ਉਸ ਦੀ ਆਪਣੀ ਰਿਪੋਰਟ ਮੁਤਾਬਕ ਇੱਕ ਫਰੀਸੀ ਸੀ, ਜੋ ਯਹੂਦੀ ਪੰਥ ਵਿੱਚੋਂ ਸਭ ਤੋਂ ਸਖਤ ਤੇ ਸਭ ਤੋਂ ਵੱਧ ਰੂੜਵਾਦੀ ਪੰਥ ਸੀ। ਨੰਬਰ 6, ਉਹ ਕਲੀਸਿਆ ਨੂੰ ਸਤਾਉਣ ਵਾਲਾ ਅਣਖੀ ਸੀ, ਜਿਵੇਂ ਕਿ ਅੱਜ ਅਸੀਂ ਸਿੱਖਣ ਜਾ ਰਹੇ ਹਾਂ। ਨੰਬਰ 7, ਉਹ ਸ਼ਰਅ ਅੱਗੇ ਨਿਰਦੋਸ਼ ਸੀ। ਤੁਹਾਡੇ ਵਿੱਚੋਂ ਅੱਜ ਕਿੰਨੇ ਜਣੇ ਆਪਣਾ ਹੱਥ ਖੜਾ ਕਰਕੇ ਇਹ ਕਹਿ ਸਕਦੇ ਹਨ ਕਿ ਮੈਂ ਸ਼ਰਅ ਅੱਗੇ ਨਿਰਦੋਸ਼ ਹਾਂ? ਇਸ ਉਦਾਹਰਨ ਦੀ ਸ਼ੁਰੂਆਤ ਕਰਨ ਲਈ ਮੇਰੇ ਵੱਲ ਨਾ ਵੇਖੋ, ਪਰ ਪੌਲੁਸ ਸਪਸ਼ਟ ਤੌਰ ਤੇ ਸ਼ਰਅ ਦੇ ਬਾਹਰੀ ਸੁਭਾਅ ਦੀ ਪਾਲਣਾ ਕਰਨ ਵਿੱਚ ਇੰਨਾ ਅਤਿ ਸਾਵਧਾਨ ਸੀ ਕਿ ਸ਼ਰਅ ਦੇ ਬਾਹਰੀ ਸੁਭਾਅ ਨੂੰ ਤੋੜਨ ਦਾ ਦੋਸ਼ ਲਾਉਣ ਲਈ ਉਸ ਵਿੱਚ ਕੋਈ ਕੁਝ ਨਹੀਂ ਸੀ ਲੱਭ ਸਕਦਾ। ਇਸ ਲਈ ਇਹ ਮਨੁੱਖ ਸੀ ਜਿਹੜਾ ਯਹੂਦੀ ਦੇਸ਼ ਪ੍ਰੇਮ ਦੀ ਮਹਾਨ ਰੀਤ ਵਿੱਚ ਵੱਡਾ ਹੋਇਆ, ਅਤੇ ਉਹ ਕੌਮੀ ਹਵਾਲੇ ਤੋਂ ਹੀ ਸਿਰਫ ਯਹੂਦੀ ਨਹੀਂ ਸੀ, ਉਹ ਕੱਟੜਪੁਣੇ ਵਿੱਚ ਵੀ ਯਹੂਦੀ ਸੀ। ਨੰਬਰ 2, ਸੌਲਸ ਦਾ ਮਸੀਹੀ ਜਹਾਦ। ਇਸ ਲਈ ਸਾਨੂੰ ਰਸੂਲਾਂ ਦੇ ਕੰਮ ਨੂੰ 9 ਅਧਿਆਏ ਵਿੱਚ ਅਸੀਂ ਇਸ ਨੂੰ ਖੋਲ੍ਹਿਆ ਹੈ, ਉਸ ਦੀ ਦਿਲੀ ਅਣਖ ਨੂੰ, ਜੋ ਇਹ ਸੀ ਕਿ ਯਹੂਦੀ ਧਰਮ ਦੇ ਰਾਹ ਵਿੱਚ ਜੋ ਵੀ ਆਵੇਗਾ ਉਹ ਉਸ ਨੂੰ ਨਾਸ਼ ਕਰ ਦੇਵੇਗਾ। ਵੇਖ ਕੇ ਹੈਰਾਨ ਨਹੀਂ ਹੋਣਾ ਚਾਹੀਦਾ, ਅਤੇ ਅਸੀਂ ਉਸ ਦੇ ਜਹਾਦ ਬਾਰੇ 9 ਅਧਿਆਏ ਉਸ ਦੀਆਂ ਪਹਿਲੀਆਂ 2 ਐਤਾਂ ਵਿੱਚ ਪੜ੍ਹਦੇ ਹਾਂ। ਪਰ ਸੌਲਸ ਅਜੇ ਪ੍ਰਭੂ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਦੇ ਦਮ ਮਾਰਦਾ ਹੋਇਆ ਸਰਦਾਰ ਜਾਜਕ ਦੇ ਕੋਲ ਗਿਆ ਅਤੇ ਉਸ ਕੋਲ ਦਮਸ਼ਕ ਦੀਆਂ ਸਮਾਜਾਂ ਦੇ ਨਾਂ ਇਸ ਪ੍ਰਕਾਰ ਦੀਆਂ ਚਿੱਠੀਆਂ ਮੰਗੀਆਂ, ਭਾਈ ਜੋ ਇਸ ਪੰਥ ਦੇ ਮੈਨੂੰ ਮਿਲਣ, ਭਾਵੇਂ ਮਨੁੱਖ ਭਾਵੇਂ ਤੀਵੀਆਂ, ਤਾਂ ਉਹਨਾਂ ਨੂੰ ਬੰਦੇ ਹੋਏ ਯਰੂਸ਼ਲਮ ਵਿੱਚ ਲਿਆਵਾਂ। ਰਸੂਲਾਂ ਦੇ ਕਿਤਾਬ 9 ਅਧਿਆਏ 1 ਵਚਨ ਤੇ 2 ਵਚਨ। ਪੌਲੁਸ ਉਸੇ ਆਪਣੇ ਵਿਸ਼ਵਾਸ ਪ੍ਰਤੀ ਇੰਨੀ ਅਣਖ ਰੱਖਦਾ ਸੀ ਕਿ ਉਸਨੇ ਇਸ ਸ਼ੁਰੂਆਤੀ ਮਸੀਹ ਝੁੰਡ ਨੂੰ ਯਹੂਦੀ ਧਰਮ ਲਈ ਇੱਕ ਨਿਆਦਰ ਸਮਝਿਆ। ਇਸ ਲਈ ਉਸਨੇ ਮਸੀਹਤ ਦਾ ਖਾਤਮਾ ਕਰਨ ਦੀ ਜ਼ਿੰਮੇਵਾਰੀ ਆਪਣੇ ਉੱਤੇ ਲਈ, ਜਿਸ ਨੂੰ ਉਸਨੇ ਰਾਹ ਤੇ ਪਿੱਛੇ ਚੱਲਣ ਵਾਲਾ ਕਿਹਾ। ਪਹਿਲਾ ਕਰੰਥੀਆਂ 15 ਅਧਿਆਏ 9 ਵਿੱਚ ਉਸਨੇ ਆਖਿਆ, ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ ਅਤੇ ਰਸੂਲ ਸਦਾਉਣ ਦੇ ਯੋਗ ਨਹੀਂ, ਇਸ ਲਈ ਜੋ ਮੈਂ ਪਰਮੇਸ਼ਰ ਦੀ ਕਲੀਸਿਆ ਨੂੰ ਸਤਾਇਆ ਸੀ। ਜਦੋਂ ਉਹ ਗਲਾਤੀਆਂ ਨਾਲ ਗੱਲ ਕਰ ਰਿਹਾ ਸੀ, ਉਸਨੇ ਆਪਣੇ ਬਾਰੇ ਗਵਾਹੀ ਦਿੱਤੀ। ਉਸਨੇ ਕਿਹਾ, ਕਿਉਂ ਜੋ ਯਹੂਦੀਆਂ ਦਾ ਮਤ ਵਿੱਚ ਜਿਹੜਾ ਅੱਗੇ ਮੇਰੇ ਚੱਲਣ ਸੀ, ਤੁਸਾਂ ਉਹਦੀ ਖਬਰ ਸੁਣੀ। ਭਾਈ ਮੈਂ ਪਰਮੇਸ਼ਰ ਦੀ ਕਲੀਸਿਆ ਨੂੰ ਹੱਦੋਂ ਬਾਹਰ ਸਤਾਉਂਦਾ ਅਤੇ ਉਹਨੂੰ ਬਰਬਾਦ ਕਰਦਾ ਸਾਂ, ਅਤੇ ਆਪਣੇ ਵੱਡਿਆਂ ਦੀਆਂ ਰੀਤਾਂ ਲਈ ਡਾਢਾ ਅਣਖੀ ਹੋ ਕੇ ਮੈਂ ਯਹੂਦੀਆਂ ਦੇ ਮਤ ਵਿੱਚ ਆਪਣੀ ਕੌਮ ਦੇ ਬਹਾਲੇ ਹਾਣੀਆਂ ਨਾਲੋਂ ਸਿਰ ਕੱਢਦਾ ਸਾਂ। ਜਦੋਂ ਤੁਸੀਂ ਇਸ ਪਹਿਰੇ ਤੇ ਨਜ਼ਰ ਮਾਰਦੇ ਹੋ ਜੋ ਅਸੀਂ ਰਸੂਲਾਂ ਦੇ ਕੰਮ 9 ਵਿੱਚ ਪੜ੍ਹਿਆ ਹੈ, ਤਾਂ ਤੁਹਾਨੂੰ ਇਸ ਯਹੂਦੀ ਦੇਸ਼ ਪ੍ਰੇਮੀ ਤੇ ਅਣਖੀ ਸੁਆਦ ਦੀ ਥੋੜੀ ਜਿਹੀ ਤਸਵੀਰ ਮਿਲ ਜਾਂਦੀ ਹੈ, ਜਿਸ ਨੇ ਸੋਚਿਆ ਕਿ ਉਹ ਮਸੀਹਾਂ ਦੇ ਖਿਲਾਫ ਜਾਂ ਕਿ ਯਿਸੂ ਮਸੀਹ ਦੀ ਕਲੀਸਿਆ ਨੂੰ ਬਰਬਾਦ ਕਰਕੇ ਸਰਵਸ਼ਕਤੀਮਾਨ ਪਰਮੇਸ਼ਰ ਦੀ ਸੇਵਾ ਕਰ ਰਿਹਾ ਸੀ। ਭਾਗ ਊੜਾ, ਉਸ ਦਾ ਸਤੌ ਅਟੁੱਟ ਸੀ, ਦਬਕਾਉਣ ਅਤੇ ਕਤਲ ਕਰਨ ਦੇ ਦਮ ਮਾਰਦਾ ਹੋਇਆ। ਸਭ ਤੋਂ ਪਹਿਲਾਂ ਉਸ ਦਾ ਸਤੌ ਅਟੁੱਟ ਸੀ। ਉਹ ਪਿੱਛੇ ਹਟਣ ਦਾ ਚਾਹਵੰਦ ਨਹੀਂ ਸੀ। ਉਹ ਮੂਲ ਪਾਠ ਦੀ ਸ਼ੁਰੂਆਤ ਵਿੱਚ ਕਹਿੰਦਾ ਹੈ ਉਹ ਦਬਕਾਉਣ ਅਤੇ ਕਤਲ ਕਰਨ ਦੇ ਦਮ ਮਾਰਦਾ ਹੋਇਆ। ਇਉਂ ਲੱਗਦਾ ਹੈ ਕਿ ਇਹ ਕੋਈ ਜ਼ਿੰਦਗੀ ਵਿੱਚ ਚੱਲਦਾ ਰਹਿਣ ਵਾਲਾ ਕੰਮ ਸੀ। ਭਾਗ ਐੜਾ, ਉਸ ਦਾ ਸਤੌ ਜ਼ੋਰਦਾਰ ਸੀ, ਦਬਕਾਉਣਾ ਅਤੇ ਕਤਲ ਕਰਨ ਦੇ ਦਮ ਮਾਰਦਾ ਹੋਇਆ। ਫਿਰ ਉਹਨਾਂ ਸ਼ਬਦਾਂ ਤੇ ਨਜ਼ਰ ਮਾਰੋ ਜੋ ਵਰਣਨ ਕਰਦੇ ਹਨ ਕਿ ਉਹ ਕੀ ਕਰ ਰਿਹਾ ਸੀ। ਇਹ ਕਹਿੰਦੇ ਹਨ ਕਿ ਉਹ ਦਬਕਾਉਣ ਅਤੇ ਕਤਲ ਕਰਨ ਦਾ ਦਮ ਮਾਰਦਾ ਹੋਇਆ। ਰਸੂਲਾਂ ਦੇ ਕੰਮ 26 ਵਿੱਚ, ਜੋ ਕਿ ਉਸ ਦੇ ਬਦਲਣ ਦਾ ਇੱਕ ਹੋਰ ਲੇਖਾ ਜੋਖਾ ਹੈ, ਉਹ ਜੋ ਕਰ ਰਿਹਾ ਸੀ ਉਸ ਦੀ ਕਹਾਣੀ ਇਸ ਤਰ੍ਹਾਂ ਹੈ। ਮੈਂ ਤਾਂ ਆਪਣੇ ਚਿੱਤ ਵਿੱਚ ਇਹ ਸਮਝਾਇਆ, ਭਾਈ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ। ਸੋ ਇਹੋ ਹੀ ਮੈਂ ਯਰੂਸ਼ਲਮ ਵਿੱਚ ਕੀਤਾ ਵੀ, ਅਤੇ ਪ੍ਰਧਾਨਾਂ ਜਾਜਕਾਂ ਕੋਲੋਂ ਇਖਤਿਆਰ ਪਾ ਕੇ ਬਹੁਤੇ ਸੰਤਾਂ ਨੂੰ ਕੈਦਖਾਨਿਆਂ ਵਿੱਚ ਬੰਦ ਕੀਤਾ, ਅਤੇ ਜਾਂ ਉਹ ਮਾਰੇ ਜਾਂਦੇ ਸਨ ਤਾਂ ਮੈਂ ਉਹਨਾਂ ਦੇ ਵਿਰੁੱਧ ਹਾਮੀ ਭਰਦਾ ਸਾਂ। ਮੈਂ ਹਰੇਕ ਸਮਾਜ ਵਿੱਚ ਉਹਨਾਂ ਨੂੰ ਬਹੁਤ ਵਾਰੀ ਸਜ਼ਾ ਦੇ ਕੇ ਕੁਫਰ ਬਕਾਉਣ ਲਈ ਉਹਨਾਂ ਨੂੰ ਤੰਗ ਕੀਤਾ, ਸਗੋਂ ਉਹਨਾਂ ਦੇ ਵਿਰੋਧ ਵਿੱਚ ਅੱਤ ਸੁਦਾਈ ਹੋ ਕੇ ਮੈਂ ਪ੍ਰਦੇਸ਼ ਦੇ ਨਗਰਾਂ ਤੱਕ ਵੀ ਉਹਨਾਂ ਨੂੰ ਸਤਾਉਂਦਾ ਸਾਂ। ਰਸੂਲਾਂ ਦੇ ਕਰਤੱਵ 26 ਅਧਿਆਏ 9 ਵਚਨ ਤੋਂ ਲੈ ਕੇ 11 ਵਚਨ ਤੱਕ ਅਸੀਂ ਪੜ੍ਹਿਆ ਹੈ।
ਇਹ ਆਦਮੀ ਪੂਰੇ ਜੋਸ਼ ਵਿੱਚ ਸੀ। ਇਸ ਆਦਮੀ ਦੇ ਦਿਲ ਅੰਦਰ ਬਲਦਾ ਹੋਇਆ ਜੋਸ਼ ਸੀ। ਇਹ ਆਦਮੀ ਰੋਜ਼ ਰਾਤ ਬਿਸਤਰ ਤੇ ਜਾ ਕੇ ਇਹੋ ਹੀ ਸੋਚਦਾ ਸੀ ਕਿ ਕੱਲ ਉਸ ਨੂੰ ਕਿਹੜੇ ਮਸੀਹ ਟੱਕਰਨਗੇ, ਅਤੇ ਰੋਜ਼ ਸਵੇਰੇ ਇੱਕ ਦਰਸ਼ਨ ਨਾਲ ਇਸ ਨਵੇਂ-ਨਵੇਂ ਸ਼ੁਰੂ ਹੋਏ ਧਰਮ ਅਰਥਾਤ ਮਸੀਹਤ ਨੂੰ, ਜਿਸ ਨੂੰ ਉਹ ਯਹੂਦੀ ਧਰਮ ਦਾ ਨਿਆਦਰ ਸਮਝਦਾ ਸੀ, ਬਰਬਾਦ ਕਰਨ ਦੇ ਇਰਾਦੇ ਨਾਲ ਉੱਠਦਾ ਸੀ। F.V. ਮੀਅਰ ਬਾਈਬਲ ਟੀਕੇ ਲਿਖਣ ਵਾਲਾ ਇੱਕ ਮਹਾਨ ਲੇਖਕ ਨੇ ਕਿਹਾ ਹੈ, ਇਹ ਜਵਾਨ ਆਦਮੀ ਪਾਲੂਸ ਰਾਸਤੇ ਵਿੱਚ ਜਾਂਦੇ ਤੀਰਥ ਯਾਤਰੀਆਂ ਦੇ ਬਹੁਤ ਹੀ ਖਿਲਾਫ ਸੀ। ਉਸਨੇ ਉਹਨਾਂ ਨੂੰ ਉਜਾੜ ਦਿੱਤਾ, ਅਤੇ ਇਹ ਸ਼ਬਦ ਉਹ ਹੈ ਜੋ ਜੰਗਲੀ ਸੂਰ ਲਈ ਕੋਮਲ ਅੰਗੂਰ ਦੀ ਬੇਲ ਨੂੰ ਜੜੋਂ ਪੁੱਟਣ ਲਈ ਵਰਤਿਆ ਜਾਂਦਾ ਹੈ। ਉਸਨੇ ਉਹਨਾਂ ਨੂੰ ਹਮਲਾ ਕਰਨ ਵਾਲੀ ਫੌਜ ਵਾਂਗ ਤਬਾਹ ਕਰ ਦਿੱਤਾ। ਉਹਨਾਂ ਤੇ ਜਨਤਕ ਸਭਾਵਾਂ ਵਿੱਚ ਜਾ ਕੇ ਹਮਲਾ ਕਰਨ ਤੋਂ ਸੰਤੁਸ਼ਟ ਨਾ ਹੋ ਕੇ ਉਹ ਉਹਨਾਂ ਦੇ ਘਰਾਂ ਵਿੱਚ ਜਾ ਕੇ ਮਰੀਜ਼ਾਂ ਨੂੰ ਧੂ ਕੇ ਬਾਹਰ ਲਿਆਉਂਦਾ, ਪਵਿੱਤਰ ਔਰਤਾਂ ਅਤੇ ਸ਼ਿਕਾਇਤ ਨਾ ਕਰਨ ਵਾਲੇ ਮਰਦਾਂ ਨੂੰ ਵੀ ਉਹ ਉਹਨਾਂ ਨੂੰ ਕੋੜੇ ਮਾਰਦਾ, ਜੇਲ੍ਹ ਵਿੱਚ ਸਿੱਟਦਾ, ਮੌਤ ਤੇ ਘਾਟ ਉਤਾਰਦਾ, ਅਤੇ ਉਹਨਾਂ ਨੂੰ ਉਸ ਨਾਮ ਦੇ ਵਿਰੁੱਧ ਕੁਫਰ ਬਕਣ ਲਈ ਕਹਿੰਦਾ ਜਿਸ ਨਾਲ ਉਹ ਬੁਲਾਏ ਗਏ ਸਨ। ਉਹ ਦਬਕਾਉਣ ਅਤੇ ਕਤਲ ਕਰਨ ਦੇ ਦਮ ਮਾਰਦਾ ਹੋਇਆ ਆਉਂਦਾ। ਇਹ ਮਨੁੱਖ ਕੀ ਸੀ, ਇਸ ਦੀ ਤਸਵੀਰ ਤੁਹਾਨੂੰ ਮਿਲ ਚੁੱਕੀ ਹੈ। ਉਹ ਇੱਕ ਚੰਗਾ ਬੰਦਾ ਨਹੀਂ ਸੀ ਜੋ ਸਮੇਂ-ਸਮੇਂ ਤੇ ਮਸੀਹਾਂ ਤੋਂ ਪਰੇਸ਼ਾਨ ਹੋ ਜਾਂਦਾ ਸੀ। ਉਹ ਯਹੂਦੀ ਦੇਸ਼ ਪ੍ਰੇਮੀ ਸੀ ਜਿਹੜਾ ਆਪਣੀ ਜ਼ਿੰਦਗੀ ਦਾ ਹਰ ਮਿੰਟ ਕਿਸੇ ਵੀ ਤਰੀਕੇ ਮਸੀਹੀ ਗਵਾਹਾਂ ਨੂੰ ਬਰਬਾਦ ਕਰਨ ਵਿੱਚ ਗੁਜ਼ਾਰਦਾ ਸੀ। ਉਸ ਦਾ ਸੁਭਾਅ ਜ਼ੋਰਦਾਰ ਸੀ, ਪਰ ਇਹ ਜਾਣ-ਬੁੱਝ ਕੇ ਵੀ ਸੀ। ਭਾਗ ਈੜੀ ਉਸ ਦਾ ਸੁਭਾਅ ਜਾਣ-ਬੁੱਝ ਕੇ ਸੀ। ਸਰਦਾਰ ਜਾਜਕ ਦੇ ਕੋਲ ਗਿਆ ਅਤੇ ਚਿੱਠੀਆਂ ਮੰਗੀਆਂ। ਧਿਆਨ ਦਿਓ, ਇੱਥੇ ਮੁੱਖ ਵਚਨ ਕੀ ਆਖਦਾ ਹੈ ਕਿ ਉਹ ਸਰਦਾਰ ਜਾਜਕ ਦੇ ਕੋਲ ਗਿਆ ਅਤੇ ਚਿੱਠੀਆਂ ਮੰਗੀਆਂ। ਰਸੂਲਾਂ ਦੇ ਕੰਮ 22 ਅਧਿਆਇ 5 ਇਸ ਤਰ੍ਹਾਂ ਕਹਿੰਦੇ ਹਨ, ਜਿਵੇਂ ਸਰਦਾਰ ਜਾਜਕਾਂ ਅਤੇ ਬਜ਼ੁਰਗਾਂ ਦੀ ਸਾਰੀ ਪੰਚਾਇਤ ਮੇਰੇ ਲਈ ਸਾਖੀ ਦਿੰਦੀ ਹੈ ਕਿ ਜਿਨ੍ਹਾਂ ਕੋਲੋਂ ਮੈਂ ਭਾਈਆਂ ਦੇ 9 ਚਿੱਠੀਆਂ ਵੀ ਲੈ ਕੇ ਦਮਸ਼ਕ ਨੂੰ ਜਾਂਦਾ ਸਾਂ, ਭਾਈ ਉਹਨਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਣ ਲਈ ਯਰੂਸ਼ਲਮ ਵਿੱਚ ਬੰਦੇ ਹੋਏ ਲਿਆਵਾਂ। ਉਹ ਨਿਰਾ ਇਹ ਨਹੀਂ ਕਰ ਰਿਹਾ ਸੀ ਜਿਵੇਂ ਉਸ ਨੂੰ ਕਰਨ ਲਈ ਮਹਿਸੂਸ ਹੁੰਦਾ ਸੀ। ਇਹ ਉਸ ਦਾ ਜੋਸ਼ ਸੀ, ਅਤੇ ਉਹ ਅਸਲ ਵਿੱਚ ਲਿਖਤ ਚਿੱਠੀਆਂ ਲੈਣ ਜਾ ਰਿਹਾ ਸੀ ਤਾਂ ਕਿ ਉਹ ਹੋਰ ਸ਼ਹਿਰਾਂ ਵਿੱਚ ਜਾ ਕੇ ਉਹਨਾਂ ਯਹੂਦੀ ਲੋਕਾਂ ਨੂੰ ਉਹਨਾਂ ਸ਼ਹਿਰਾਂ ਵਿੱਚੋਂ ਲਿਆ ਸਕਦਾ ਸੀ ਜਿਹੜੇ ਮਸੀਹ ਬਣ ਗਏ, ਅਤੇ ਉਹਨਾਂ ਨੂੰ ਲਿਆ ਕੇ ਸਜ਼ਾ ਦੇ ਸਕਦਾ। ਉਸ ਦੇ ਦਿਲ ਵਿੱਚ ਇੰਨੀ ਜਲਨ ਸੀ। ਭਾਗ ਸੱਸਾ ਉਸ ਦਾ ਸੁਭਾਅ ਧੱਕੇਖੋਰ ਸੀ। ਮੈਂ ਪਹਿਲਾਂ ਧੱਕੇਖੋਰ ਸਾਂ, ਪਾਲੂਸ ਨੇ ਇਸ ਤਰ੍ਹਾਂ ਆਪਣੇ ਆਪ ਨੂੰ ਕਿਹਾ। ਅਸਲ ਵਿੱਚ ਪਹਿਲਾਂ ਤਮੋਥੀਅਸ 1 ਦੇ 12 ਤੇ 14 ਵਚਨ ਵਿੱਚ ਉਹ ਆਪਣੇ ਬਾਰੇ ਇਹ ਸ਼ਬਦ ਵਰਤਦਾ ਹੈ, ਮੈਂ ਮਸੀਹ ਯਸੂ ਸਾਡੇ ਪ੍ਰਭੂ ਦਾ ਜਿਹਨੇ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ, ਇਸ ਲਈ ਜੋ ਉਹਨੇ ਮੈਨੂੰ ਮਤਵਰ ਸਮਝ ਕੇ ਇਸ ਸੇਵਕਾਈ ਉੱਤੇ ਲਾਇਆ। ਭਾਵੇਂ ਮੈਂ ਪਹਿਲਾਂ ਕੁਫਰ ਬਕਣ ਵਾਲਾ ਤੇ ਸਤਾਉਣ ਵਾਲਾ ਅਤੇ ਧੱਕੇਖੋਰ ਸਾਂ। ਮੈਂ ਤੁਹਾਨੂੰ ਦੱਸਾਂਗਾ ਉਹ ਕਿੰਨਾ ਧੱਕੇਖੋਰ ਸੀ। ਨੰਬਰ 1, ਦੂਰੀ ਉਸ ਲਈ ਕੋਈ ਮਾਇਨਾ ਨਹੀਂ ਰੱਖਦੀ ਸੀ। ਜੇ ਤੁਸੀਂ ਪਿਛੋਕੜ ਬਾਰੇ ਅਧਿਐਨ ਕਰੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਜਦੋਂ ਪੌਲੁਸ ਮਸੀਹਾਂ ਨੂੰ ਸਤਾਉਣ ਲਈ ਯਰੂਸ਼ਲਮ ਤੋਂ ਦਮਸ਼ਕ ਨੂੰ ਗਿਆ, ਇਹ ਦੂਰੀ 160 ਮੀਲ ਦੀ ਸੀ। ਅੱਜ 160 ਮੀਲ ਕੁਝ ਵੀ ਨਹੀਂ ਹਨ, ਪਰ ਉਸ ਸਮੇਂ ਸਿਰਫ ਇੰਨਾ ਸੁਵਿਧਾਜਨਕ ਨਹੀਂ ਸੀ, ਅਤੇ ਇਹ ਲੰਮਾ ਸਫ਼ਰ ਸੀ। ਯਰੂਸ਼ਲਮ ਤੋਂ ਦਮਸ਼ਕ ਨੂੰ ਜਾਣਾ ਔਖਾ ਕੰਮ ਸੀ, ਪਰ ਇਹ ਪਾਲੂਸ ਲਈ ਕੁਝ ਵੀ ਨਹੀਂ ਸੀ, ਕਿਉਂਕਿ ਉਸ ਦਾ ਕ੍ਰੋਧ ਕਿਸੇ ਨਾ ਕਿਸੇ ਤਰੀਕੇ ਪ੍ਰਗਟ ਹੋਣਾ ਹੀ ਸੀ, ਅਤੇ ਉਸ ਦਾ ਅਗਲਾ ਨਿਸ਼ਾਨਾ ਦਮਸ਼ਕ ਸੀ। ਸੋ 160 ਮੀਲ ਪਾਲੂਸ ਲਈ 6 ਦਿਨਾਂ ਦਾ ਸਫ਼ਰ ਸੀ। ਉਸ ਨੇ ਦਮਸ਼ਕ ਵਿੱਚ ਜਾ ਕੇ ਇਹਨਾਂ ਮਸੀਹਾਂ ਦਾ ਪਿੱਛਾ ਕਰਨ ਨੂੰ ਸੱਚਮੁੱਚ ਖੁਸ਼ੀ ਦੀ ਗੱਲ ਸਮਝਿਆ। ਅਤੇ ਕਿਰਪਾ ਧਿਆਨ ਦਿਓ, ਨੰਬਰ 2, ਉਸ ਨੂੰ ਉਸ ਦਾ ਕੋਈ ਫਰਕ ਨਹੀਂ ਪੈਂਦਾ ਸੀ ਕਿ ਉਹ ਕਿਸ ਲਿੰਗ ਨਾਲ ਸਲੂਕ ਕਰ ਰਿਹਾ ਹੈ। ਮੈਂ ਹੈਰਾਨ ਹੋ ਗਿਆ ਜਦੋਂ ਮੈਂ ਇੱਥੇ ਇਹ ਪੜ੍ਹਿਆ, ਕਿਉਂਕਿ ਇਹ ਕਹਿੰਦਾ ਹੈ ਭਾਵੇਂ ਪੁਰਖ ਜਾਂ ਤੀਵੀਆਂ। ਜੇ ਉਹ ਔਰਤਾਂ ਦੇ ਬਾਈਬਲ ਝੁੰਡ ਨੂੰ ਇਕੱਠਾ ਵੇਖਦਾ ਹੈ, ਉਹ ਉਹਨਾਂ ਨੂੰ ਉਸੇ ਤਰ੍ਹਾਂ ਸਤਾਉਂਦਾ ਹੈ ਜਿਵੇਂ ਕਿ ਮਰਦਾਂ ਨੂੰ। ਲਿੰਗ ਉਸ ਲਈ ਕੋਈ ਮਾਇਨਾ ਨਹੀਂ ਰੱਖਦਾ ਸੀ। ਰਸੂਲਾਂ ਦੇ ਕੰਮ 22 ਅਧਿਆਇ 4 ਵਚਨ। ਭਾਗ ਹਾਹਾ ਉਸ ਦਾ ਸੁਭਾਅ ਅਣਜਾਣਪੁਣੇ ਵਿੱਚ ਸੀ। ਭਾਵੇਂ ਮੈਂ ਪਹਿਲਾਂ ਕੁਫਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕੇਖੋਰ ਸਾਂ, ਪਰ ਮੇਰੇ ਉੱਤੇ ਰਹਿਮ ਹੋਇਆ, ਇਸ ਲਈ ਜੋ ਮੈਂ ਇਹ ਬੇਪ੍ਰਤੀਤੀ ਵਿੱਚ ਅਣਜਾਣੇ ਪੁਣੇ ਨਾਲ ਕੀਤਾ। ਪਹਿਲਾ ਤਮੋਥੀਅਸ 1 ਅਧਿਆਇ 13 ਵਚਨ। ਪਹਿਲਾ ਤਮੋਥੀਅਸ ਵਿੱਚ ਉਹ ਕਹਿੰਦਾ ਹੈ ਕਿ ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਸੀ। ਉਸਨੇ ਇਹ ਬਾਅਦ ਵਿੱਚ ਮੁੜ ਕੇ ਵੇਖਿਆ ਤੇ ਕਿਹਾ, ਮੈਂ ਇਹ ਕੀਤਾ। ਅਤੇ ਇਸ ਤੋਂ ਉਸ ਦਾ ਜੋ ਮਤਲਬ ਸੀ ਉਹ ਇਹ ਸੀ, ਉਸ ਨੇ ਸੋਚਿਆ ਕਿ ਉਹ ਸਹੀ ਕਰ ਰਿਹਾ ਸੀ। ਗੁਜ਼ਰੇ ਸਮੇਂ ਵਿੱਚ ਹਰ ਮਸੀਹੀ ਜਹਾਦ ਉਹਨਾਂ ਲੋਕਾਂ ਦੁਆਰਾ ਭੜਕਾਇਆ ਗਿਆ ਸੀ ਜਿਨ੍ਹਾਂ ਨੇ ਸੋਚਿਆ ਕਿ ਉਹ ਸਹੀ ਕਰ ਰਹੇ ਸਨ।
ਜੋ ਸੱਚਾਈ ਤੋਂ ਅਣਜਾਣ ਸਨ, ਜਿਨ੍ਹਾਂ ਨੂੰ ਇਹ ਸਮਝ ਨਹੀਂ ਆਈ ਕਿ ਉਹ ਕੀ ਕਰ ਰਹੇ ਸਨ। ਅਤੇ ਪੌਲੁਸ ਇਹ ਸਭ ਇੱਕ ਬੁਰੇ ਜਾਂ ਬਦਨੀਤ ਮਨੁੱਖ ਵਾਂਗ ਨਹੀਂ ਕਰ ਰਿਹਾ ਸੀ। ਉਹ ਇਹ ਯਹੂਦੀ ਧਰਮ ਪ੍ਰਤੀ ਡੂੰਘੀ ਸ਼ਰਧਾ ਨਾਲ ਇੱਕ ਧਾਰਮਿਕ ਮਨੁੱਖ ਵਜੋਂ ਕਰ ਰਿਹਾ ਸੀ, ਆਪਣੇ ਦਿਲ ਵਿੱਚ ਇਹ ਮਹਿਸੂਸ ਕਰਦਾ ਹੋਇਆ ਕਿ ਇਹ ਕਰਨਾ ਸਹੀ ਹੈ। ਮੈਨੂੰ ਇਹ ਸਭ ਤੁਹਾਨੂੰ ਇਸ ਲਈ ਦੱਸਣਾ ਪਿਆ ਤਾਂ ਕਿ ਤੁਸੀਂ ਸਮਝ ਜਾਓ ਕਿ ਉਹ ਕੌਣ ਸੀ, ਉਸਨੇ ਕਿਹੋ ਜਿਹਾ ਜੀਵਨ ਗੁਜ਼ਾਰਿਆ, ਉਹ ਕਿਸ ਕਿਸਮ ਦਾ ਬੰਦਾ ਸੀ। ਤਾਂ ਹੀ ਤੁਸੀਂ ਇਸ ਅਧਿਆਇ ਵਿੱਚ ਜੋ ਲਿਖਿਆ ਹੈ ਕਿ ਉਹ ਪਹਿਲਾਂ ਕੀ ਸੀ ਅਤੇ ਫਿਰ ਕੀ ਬਣਿਆ, ਉਸ ਨੂੰ ਸਮਝ ਸਕੋਗੇ ਅਤੇ ਉਸ ਨੂੰ ਵੀ ਜੋ ਹੋਣ ਜਾ ਰਿਹਾ ਹੈ। ਇਸ ਦੀ ਕੋਈ ਮਨੁੱਖੀ ਵਿਆਖਿਆ ਨਹੀਂ ਹੈ। ਇਸ ਲਈ 12 ਕਦਮਾਂ ਦਾ ਕੋਈ ਪ੍ਰੋਗਰਾਮ ਨਹੀਂ ਜੋ ਇਸ ਨੂੰ ਕਰਨ ਦਾ ਕਾਰਨ ਬਣੇ। ਤੁਸੀਂ ਕਿਸੇ ਨੂੰ ਸਕੂਲ ਵਿੱਚ ਪਾ ਕੇ ਅਤੇ ਉਸ ਨੂੰ ਸਾਫ਼ ਸੁਥਰਾ ਬਣਾ ਕੇ ਉਸ ਦੀ ਜ਼ਿੰਦਗੀ ਨੂੰ ਨਹੀਂ ਬਦਲ ਸਕਦੇ, ਜਿਵੇਂ ਪੌਲੁਸ ਦੀ ਜ਼ਿੰਦਗੀ ਨਾਟਕੀ ਢੰਗ ਨਾਲ ਬਦਲ ਗਈ ਸੀ। ਨੰਬਰ 3, ਸੌਲਸ ਦਾ ਬਦਲਣਾ। ਸੋ ਕੀ ਹੋਇਆ ਸੀ? ਪੌਲੁਸ ਨੂੰ ਕੀ ਹੋਇਆ ਸੀ? ਉਸ ਦੇ ਬਦਲਣ ਤੇ ਧਿਆਨ ਦਿਓ। ਇੱਥੇ ਕਿਹਾ ਗਿਆ ਹੈ, ਐਤ 3 ਤੋਂ ਸ਼ੁਰੂ ਕਰਦਿਆਂ, ਜਾਂ ਉਹ ਚਲਿਆ ਜਾਂਦਾ ਸੀ ਤਾਂ ਇਉਂ ਹੋਇਆ, ਜੋ ਉਹ ਦਮਸ਼ਕ ਦੇ ਨੇੜੇ ਆ ਟੁਕਿਆ ਅਤੇ ਅਚਾਨਕ ਆਕਾਸ਼ੋਂ ਇੱਕ ਜੋਤ ਉਹਦੇ ਚੁਫੇਰੇ ਚਮਕੀ ਤਾਂ ਉਹ ਭੁੰਜੇ ਡਿੱਗ ਪਿਆ ਅਤੇ ਇੱਕ ਸੁਣੀ ਆਵਾਜ਼ ਉਹ ਕਹਿੰਦੀ ਸੀ, ਹੇ ਸੌਲਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਉਹਨੇ ਆਖਿਆ, ਪ੍ਰਭੂ ਜੀ, ਤੂੰ ਕੌਣ ਹੈ? ਉਸਨੇ ਕਿਹਾ, ਮੈਂ ਹਾਂ ਯਿਸੂ ਨਾਸਰੀ, ਜਿਹਨੂੰ ਤੂੰ ਸਤਾਉਂਦਾ ਹੈ। ਪਰ ਉੱਠ ਅਤੇ ਸ਼ਹਿਰ ਵਿੱਚ ਜਾ ਅਤੇ ਜੋ ਕੁਝ ਤੈਨੂੰ ਕਰਨਾ ਚਾਹੀਦਾ ਸੋ ਤੈਨੂੰ ਦੱਸਿਆ ਜਾਵੇਗਾ। ਹੁਣ ਜੇ ਤੁਸੀਂ ਕਹਾਣੀ ਨੂੰ ਧਿਆਨ ਨਾਲ ਪੜ੍ਹੋ ਤਾਂ ਤੁਸੀਂ ਵੇਖੋਗੇ ਇਸ ਮਾਰਗ ਤੇ ਪੌਲੁਸ ਨਾਲ ਇੱਕ ਤੋਂ ਦੂਜੀ ਗੱਲ ਵਰਪੀ ਹੈ, ਭਾਵ ਊੜਾ ਚਮਕ, ਅਤੇ ਅਚਾਨਕ ਆਕਾਸ਼ੋਂ ਇੱਕ ਜੋਤ ਉਹਦੇ ਚੁਫੇਰੇ ਚਮਕੀ। ਸਭ ਤੋਂ ਪਹਿਲਾਂ ਇੱਕ ਚਮਕ ਸੀ। ਇਹ ਚਮਕ ਪਰਮ ਮਹੱਤਵਪੂਰਨ ਸੀ। ਬਾਈਬਲ ਕਹਿੰਦੀ ਹੈ ਉਸਨੇ ਇੱਕ ਵੱਡੀ ਜੋਤ ਵੇਖੀ। ਇਹ ਜੋਤ ਕਿਹਦੀ ਸੀ? ਮੈਂ ਇਸ ਬਾਰੇ ਬਹਿਸ ਹੁੰਦੀ ਸੁਣੀ। ਇਹ ਕੁਦਰਤ ਵਿੱਚ ਇੱਕ ਬੇਪਰਤੀਬੀ ਜਾਂ ਸੂਰਜ ਦੀ ਕੋਈ ਚਮਕ ਸੀ, ਪਰ ਇਸ ਦੀ ਵਿਆਖਿਆ ਕਰਨ ਦਾ ਬਾਈਬਲ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ। ਹਨਨੀਆ, ਜਿਹੜਾ ਪੌਲੁਸ ਨੂੰ ਦਮਸ਼ਕ ਵਿੱਚ ਮਿਲਣ ਲਈ ਆਇਆ ਸੀ, ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਕੀ ਸੀ, ਕਿਉਂਕਿ ਪੌਲੁਸ ਨਾਲ ਚਰਚਾ ਕਰਦੇ ਉਸਨੇ ਇਸ ਬਾਰੇ ਉਸ ਨੂੰ ਕਿਹਾ ਸੀ, ਹੇ ਭਾਈ ਸੌਲਸ, ਪ੍ਰਭੂ ਅਰਥਾਤ ਯਿਸੂ ਨੇ ਜੋ ਤੈਨੂੰ ਉਸ ਰਾਹ ਵਿੱਚ ਜਿਸ ਤੋਂ ਤੂੰ ਆਇਆ ਸੀ ਵਿਖਾਈ ਦਿੱਤਾ। ਰਸੂਲਾਂ ਦੇ ਕੰਮ 9 ਅਧਿਆਇ 17 ਉਸਨੇ ਕਿਹਾ, ਪ੍ਰਭੂ ਤੈਨੂੰ ਵਿਖਾਈ ਦਿੱਤਾ। ਇਹ ਖੁਦ ਪ੍ਰਭੂ ਪਰਮੇਸ਼ਰ ਦੀ ਚਮਕ ਦੀ ਸ਼ਕੀਨਾ ਮਹਿਮਾ ਸੀ। ਜਦੋਂ ਬਰਨਬਾਸ ਨੇ ਪੌਲੁਸ ਦੇ ਦੂਜੇ ਰਸੂਲਾਂ ਨਾਲ ਜਾਣ ਪਛਾਣ ਕਰਾਈ, ਉਸਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਪੌਲੁਸ ਨੇ ਪ੍ਰਭੂ ਨੂੰ ਡਿੱਠਾ ਸੀ। ਰਸੂਲਾਂ ਦੇ ਕੰਮ 9 ਅਧਿਆਇ 27 ਵਚਨ। ਬਰਨਬਾਸ ਉਸ ਨੂੰ ਰਸੂਲਾਂ ਦੇ ਕੋਲ ਲੈ ਗਿਆ ਅਤੇ ਉਹਨਾਂ ਨੂੰ ਦੱਸਿਆ ਭਾਈ ਉਹਨੇ ਕਿਸ ਪ੍ਰਕਾਰ ਰਾਹ ਵਿੱਚ ਪ੍ਰਭੂ ਨੂੰ ਡਿੱਠਾ ਸੀ ਅਤੇ ਉਸਨੇ ਉਹਦੇ ਨਾਲ ਗੱਲਾਂ ਕੀਤੀਆਂ। ਕਿਹੜੀ ਚੀਜ਼ ਨੇ ਪੌਲੁਸ ਦਾ ਰਾਹ ਰੋਕਿਆ? ਜਦੋਂ ਉਹ ਲਗਭਗ ਦਮਸ਼ਕ ਵਿੱਚ ਪਹੁੰਚਣ ਹੀ ਵਾਲਾ ਸੀ, ਉਸ ਚਮਕ ਦੀ ਜੋਤ ਨੇ ਜੋ ਉਸਨੇ ਵੇਖੀ। ਉਸਨੇ ਬਾਅਦ ਵਿੱਚ ਮੁੜ ਕੇ ਆਪਣੀ ਜ਼ਿੰਦਗੀ ਤੇ ਨਜ਼ਰ ਮਾਰੀ ਅਤੇ ਉਸਨੇ ਆਪਣੀ ਜ਼ਿੰਦਗੀ ਵਿੱਚ ਇਸ ਪਲ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਪਲ ਦੱਸਿਆ। ਇੱਕ ਮੌਕੇ ਤੇ ਉਸਨੇ ਕਰੰਥੀਆਂ ਨੂੰ ਲਿਖਿਆ ਅਤੇ ਕਿਹਾ ਕਿ ਮੈਂ ਆਜ਼ਾਦ ਨਹੀਂ, ਕਿ ਮੈਂ ਰਸੂਲ ਨਹੀਂ, ਕਿ ਮੈਂ ਯਿਸੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ। ਪਹਿਲਾ ਕਰੰਥੀਆਂ 9 ਅਧਿਆਇ 1 ਵਚਨ। ਮੈਂ ਤੁਹਾਤੋਂ ਪੁੱਛਦਾ ਹਾਂ, ਕਲੀਸਿਆ ਦੇ ਇਤਿਹਾਸ ਵਿੱਚ ਇਸ ਖਾਸ ਸਮੇਂ ਤੇ ਮਸੀਹ ਕਿੱਥੇ ਸੀ? ਉਹ ਵਾਪਸ ਮਹਿਮਾ ਵਿੱਚ ਉਠਾ ਲਿਆ ਗਿਆ ਸੀ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। ਰਸੂਲਾਂ ਦੇ ਕੰਮ ਪਹਿਲਾ ਅਧਿਆਇ ਤੋਂ ਮਸੀਹ ਸਰੀਰਕ ਤੌਰ ਤੇ ਇਸ ਧਰਤੀ ਤੇ ਮੌਜੂਦ ਨਹੀਂ ਸੀ, ਪਰ ਇੱਥੇ ਹੁਣ ਅਸੀਂ ਰਸੂਲਾਂ ਦੇ ਕੰਮ 9 ਅਧਿਆਇ ਵਿੱਚ ਹਾਂ ਅਤੇ ਮਸੀਹ ਪੌਲੁਸ ਨੂੰ ਵਿਖਾਈ ਦਿੱਤਾ। ਇਸ ਦਾ ਸਭ ਤੋਂ ਸ਼ਕਤੀਸ਼ਾਲੀ ਹਵਾਲਾ ਇਹ ਹੈ ਕਿ ਪੌਲੁਸ ਕਰੰਥੀਆਂ ਨੂੰ ਯਿਸੂ ਮਸੀਹ ਦੇ ਜੀ ਉੱਠਣ ਦੇ ਬਾਅਦ ਵਿਖਾਈ ਦੇਣ ਬਾਰੇ ਲਿਖਦਾ ਹੈ। 500 ਲੋਕਾਂ ਨੂੰ, ਜਿਸ ਵਿੱਚ ਔਰਤਾਂ ਅਤੇ ਮਰਦ, ਵੱਡੇ ਅਤੇ ਛੋਟੇ ਸਮੂਹ ਸ਼ਾਮਲ ਸਨ, ਵਿਖਾਈ ਦੇਣ ਬਾਰੇ ਗੱਲ ਕਰਦਾ ਹੈ। ਅਤੇ ਫਿਰ ਉਹ ਪਹਿਲਾ ਕਰੰਥੀਆਂ 15 ਅਧਿਆਇ 8 ਵਿੱਚ ਇਹ ਕਹਿ ਕੇ ਖਤਮ ਕਰਦਾ ਹੈ, ਅਤੇ ਸਭ ਤੋਂ ਪਿੱਛੋਂ ਮੈਨੂੰ ਵੀ ਦਰਸ਼ਨ ਦਿੱਤਾ ਜਿਵੇਂ ਕਿ ਅਧੂਰੇ ਜੰਮ ਨੂੰ। ਉਹ ਕਿਹਦੇ ਬਾਰੇ ਗੱਲ ਕਰ ਰਿਹਾ ਹੈ? ਉਹ ਇਸ ਸੱਚ ਬਾਰੇ ਗੱਲ ਕਰ ਰਿਹਾ ਹੈ ਕਿ ਉਸਨੇ ਦਮਸ਼ਕ ਦੇ ਰਾਹ ਤੇ ਪ੍ਰਭੂ ਯਿਸੂ ਨੂੰ ਵੇਖਿਆ ਅਤੇ ਜੋਤ ਜੋ ਉਸਨੇ ਵੇਖੀ ਸੀ ਉਹ ਸਰਬ ਸ਼ਕਤੀਮਾਨ ਪਰਮੇਸ਼ਰ ਦੀ ਸ਼ਕੀਨਾ ਮਹਿਮਾ ਸੀ। ਪਿਆਰੇ ਦਰਸ਼ਕੋ, ਅਸੀਂ ਤੁਹਾਡੇ ਦਿਲ ਤੋਂ ਧੰਨਵਾਦੀ ਹਾਂ ਕਿ ਤੁਸੀਂ ਸਾਰੇ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਰਸੂਲਾਂ ਦੇ ਕਰਤੱਵ ਦੇ 9 ਅਧਿਆਇ ਦੀ 1 ਆਇਤ ਤੋਂ ਲੈ ਕੇ 19 ਆਇਤ ਤੱਕ ਦੇ ਵਚਨਾਂ ਦਾ ਅਧਿਐਨ ਕਰ ਰਹੇ ਸੀ। ਅਸੀਂ ਸੌਲਸ ਬਾਰੇ ਚਰਚਾ ਕਰ ਰਹੇ ਸੀ। ਅਸੀਂ ਸੌਲਸ ਦੇ ਸ਼ੁਰੂਆਤੀ ਜੀਵਨ ਬਾਰੇ ਜਾਣਿਆ
ਅਸੀਂ ਜਾਣਿਆ ਕਿ ਉਹ ਜਨਮ ਤੋਂ ਯਹੂਦੀ ਸੀ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਸੀ ਅਤੇ ਉਸ ਦਾ ਖਤਨਾ ਹੋਇਆ ਸੀ। ਉਹ ਸ਼ਰ੍ਹਾ ਨੂੰ ਪੂਰੀ ਤਰ੍ਹਾਂ ਪਾਲਨ ਕਰਨ ਵਾਲਾ ਸੀ। ਅਸੀਂ ਉਸ ਦੇ ਮਸੀਹੀ ਜਿਹਾਦ ਬਾਰੇ ਜਾਣਿਆ। ਉਹ ਆਪਣੇ ਧਰਮ ਦੇ ਪ੍ਰਤੀ ਬੜਾ ਕੱਟੜ ਸੀ। ਉਹ ਆਪਣੇ ਵਿਸ਼ਵਾਸ ਦੇ ਪ੍ਰਤੀ ਅਣਖ ਰੱਖਦਾ ਸੀ। ਉਹ ਇੰਨਾ ਜ਼ਿਆਦਾ ਅਣਖੀ ਸੀ ਕਿ ਜੋ ਵੀ ਯਹੂਦੀ ਧਰਮ ਦੇ ਅੱਗੇ ਰੋੜਾ ਬਣਦਾ ਸੀ ਉਸ ਨੂੰ ਖਤਮ ਕਰਨ ਦੇ ਲਈ ਨਹੀਂ ਹਿਚਕਦਾ ਸੀ। ਅਸੀਂ ਜਾਣਿਆ ਕਿ ਉਸ ਦਾ ਸਤਾਓ ਅਟੁੱਟ ਸੀ। ਉਹ ਰੁਕਣ ਵਾਲਾ ਨਹੀਂ ਸੀ। ਉਸ ਦਾ ਸਤਾਓ ਜ਼ੋਰਦਾਰ ਸੀ। ਉਹ ਮਸੀਹੀ ਲੋਕਾਂ ਦੀ ਸਭਾਵਾਂ ਵਿੱਚ ਹੀ ਨਹੀਂ ਸਗੋਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੂੰ ਸਤਾਉਂਦਾ ਸੀ ਅਤੇ ਉਹਨਾਂ ਨੂੰ ਨਾਸ਼ ਕਰਦਾ ਸੀ। ਅਸੀਂ ਇਹ ਵੀ ਜਾਣਿਆ ਕਿ ਸੌਲੂਸ ਜਾਣਬੁੱਝ ਕੇ ਵੀ ਲੋਕਾਂ ਨੂੰ ਸਤਾਉਂਦਾ ਸੀ। ਉਹ ਸਰਦਾਰ ਜਾਜਕ ਕੋਲ ਜਾ ਕੇ ਅਧਿਕਾਰ ਪੱਤਰ ਹਾਸਿਲ ਕਰਦਾ ਸੀ ਤਾਂ ਜੋ ਮਸੀਹੀ ਲੋਕਾਂ ਨੂੰ ਸਤਾ ਸਕੇ। ਅਸੀਂ ਜਾਣਿਆ ਕਿ ਉਹ ਸਤਾਓ ਕਰਨ ਦੇ ਲਈ ਧੱਕੇਖੋਰ ਸੀ। ਦੂਰੀ ਉਸ ਦੇ ਲਈ ਕੋਈ ਮਾਇਨਾ ਨਹੀਂ ਰੱਖਦੀ ਸੀ। ਬਾਈਬਲ ਬਾਣੀ ਦੱਸਦੀ ਹੈ ਕਿ ਯਰੂਸ਼ਲਮ ਤੋਂ ਦਮਿਸ਼ਕ ਦੀ ਦੂਰੀ 160 ਮੀਲ ਹੈ, ਪਰ ਉਹ ਮਸੀਹਾਂ ਨੂੰ ਸਤਾਉਣ ਦੇ ਲਈ 160 ਮੀਲ ਦੂਰ ਤੱਕ ਗਿਆ। ਉਹਨੇ ਮਸੀਹਾਂ ਨੂੰ ਜਿੰਨਾ ਵੀ ਸਤਾਇਆ ਅਣਜਾਣਪੁਣੇ ਵਿੱਚ ਸਤਾਇਆ, ਕਿਉਂਕਿ ਯਿਸੂ ਜੀ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਉਹ ਇਹੀ ਸੋਚਦਾ ਸੀ ਕਿ ਉਹ ਜੋ ਕੁਝ ਕਰ ਰਿਹਾ ਹੈ ਸਹੀ ਕਰ ਰਿਹਾ। ਇਸ ਤੋਂ ਬਾਅਦ ਅਸੀਂ ਸੌਲੂਸ ਦੇ ਬਦਲਣ ਦੇ ਬਾਰੇ ਚਰਚਾ ਕੀਤੀ। ਜਦੋਂ ਉਹ ਦਮਿਸ਼ਕ ਦੇ ਰਾਹ ਵਿੱਚ ਜਾ ਰਿਹਾ ਸੀ ਤਾਂ ਪ੍ਰਭੂ ਯਿਸੂ ਜੀ ਨੇ ਉਹਨੂੰ ਦਰਸ਼ਨ ਦਿੱਤਾ ਅਤੇ ਪ੍ਰਭੂ ਯਿਸੂ ਜੀ ਨੇ ਉਸ ਦੇ ਨਾਲ ਗੱਲਬਾਤ ਕੀਤੀ। ਪ੍ਰਭੂ ਯਿਸੂ ਜੀ ਨੇ ਦੀ ਚਮਕ ਨੇ ਉਸ ਦੀ ਅੱਖਾਂ ਨੂੰ ਅੰਨਾ ਕਰ ਦਿੱਤਾ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ। ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਅੱਜ ਦੇ ਵਚਨ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅੱਜ ਸੌਲੂਸ ਦੇ ਜੀਵਨ ਵਾਸਤੇ ਸਿਖਾਇਆ। ਪਿਤਾ ਪਰਮੇਸ਼ਵਰ, ਤੁਸੀਂ ਦੱਸਿਆ ਕਿ ਉਹ ਮਹਾਨ ਵਿਅਕਤੀ ਕਿਸ ਤਰ੍ਹਾਂ ਤੁਹਾਡੇ ਲੋਕਾਂ ਦਾ ਸਤਾਉਣ ਵਾਲਾ ਸੀ, ਲੇਕਿਨ ਦਮਿਸ਼ਕ ਦੇ ਰਾਹ ਦੇ ਉੱਤੇ ਤੁਸੀਂ ਉਹਨਾਂ ਦੇ ਜੀਵਨ ਨੂੰ ਬਦਲ ਦਿੱਤਾ। ਇੱਕ ਵੱਡੀ ਰੋਸ਼ਨੀ ਦੀ ਚਮਕ ਨੇ ਉਸ ਦੀ ਅੱਖਾਂ ਨੂੰ ਅੰਨਾ ਕਰ ਦਿੱਤਾ, ਪਰੰਤੂ ਤੁਸੀਂ ਉਹਨਾਂ ਨੂੰ ਪ੍ਰਕਾਸ਼ਨ ਦਿੱਤਾ ਔਰ ਪ੍ਰਭੂ ਜੀ ਉਹ ਆਪਣੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਬਦਲ ਗਿਆ। ਅੱਜ ਦੇ ਇਸ ਵਚਨ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਸ ਦੇ ਜੀਵਨ ਦੇ ਉਹਨਾਂ ਪਲਾਂ ਨੂੰ ਦੇਖ ਸਕੇ ਜਿਸ ਦੇ ਵਿੱਚ ਉਹਨੇ ਕਲੀਸਿਆ ਨੂੰ ਸਤਾਇਆ। ਉਹਨੇ ਪ੍ਰਭੂ ਜੀ ਕੀ ਕੀਤਾ, ਇਹ ਸਾਰੀ ਚੀਜ਼ਾਂ ਸਾਨੂੰ ਦੱਸਦੀਆਂ ਕਿ ਪਿਤਾ ਪਰਮੇਸ਼ਵਰ ਤੁਸੀਂ ਕਿਸੇ ਵੀ ਵਿਅਕਤੀ ਨੂੰ ਬਦਲ ਸਕਦੇ ਹੋ। ਧੰਨਵਾਦ ਕਰਦੇ ਪਿਤਾ ਪਰਮੇਸ਼ਵਰ ਇਸ ਅੱਛੇ ਵਚਨ ਵਾਸਤੇ। ਸਾਡੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਇਹਨਾਂ ਵਚਨਾਂ ਨੂੰ ਸੁਣਿਆ, ਪ੍ਰਭੂ ਜੀ ਉਹਨਾਂ ਤੇ ਕਿਰਪਾ ਕਰੋ ਤਾਂ ਕਿ ਇਹ ਵਚਨ ਉਹਨਾਂ ਦੇ ਦਿਲਾਂ ਵਿੱਚ ਨਕਸ਼ ਹੋ ਜਾਏ, ਉਹਨਾਂ ਦੇ ਜੀਵਨ ਦੇ ਵਿੱਚ ਇੱਕ ਬਦਲਾਵ ਲੈ ਕੇ ਆਏ। ਧੰਨਵਾਦ ਕਰਦੇ ਪਿਤਾ ਪਰਮੇਸ਼ਵਰ ਇਸ ਪ੍ਰਾਰਥਨਾ ਦੇ ਲਈ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।